ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲ ਕਰਾਂਗੇ ਕੈਨੇਡਾ ਅਮਰੀਕਾ ਸਰਹੱਦ ਖੁੱਲ੍ਹਣ ਦੀ ਜੋ ਆਸ ਜਾਪਦੀ ਸੀਗੀ ਉਹ ਹੁਣ ਮੱਧਮ ਪੈਂਦੀ ਜਾ ਰਹੀ ਹੈ। ਘਰਾਂ ਦੀਆਂ ਵੱਧਦੀਆਂ ਕੀਮਤਾਂ ਨੂੰ ਰੋਕਣ ਲਈ ਟਰੂਡੋ ਸਰਕਾਰ ਜਿਹੜੀ ਆ ਉਹ ਕੀ ਕਹਿ ਰਹੀ ਹੈ। BC ਦੇ ਵਿੱਚ ਹਾਰਡ ਹੈਟ ਜਿਹੜੇ ਰਸੂਲ ਆ ਉਹ ਬਦਲੇ ਜਾ ਰਹੇ ਆ। ਈਰਾਨ ਦਾ ਇੱਕ ਵੱਡਾ ਸਮੁੰਦਰੀ ਬੇੜਾ ਅੱਗ ਲੱਗ ਕੇ ਡੁੱਬ ਗਿਆ ਜੀ। ਚੀਨ ਦੇ ਵਿੱਚ ਇੱਕ ਨਵਾਂ ਫਲੂ ਲੱਭਾ, ਉਹਨੇ ਲੋਕਾਂ ਨੂੰ ਡਰਾਇਆ ਹੋਇਆ। ਬੀਬੀ ਜਗੀਰ ਕੌਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ, ਉਹਨਾਂ ਵੱਲੋਂ ਇੱਕ ਨਵਾਂ ਐਲਾਨ ਕੀਤਾ ਗਿਆ। ਜੂਨ 84 ਦੇ ਘੱਲੂਘਾਰੇ ਬਾਰੇ ਸ਼ਹੀਦ ਜਨਰਲ ਸਵੇਕ ਸਿੰਘ ਦੀ ਜੀਵਨੀ ਬਾਰੇ ਗੱਲਬਾਤ ਲੈ ਕੇ ਹੁਣੀ ਹਾਜ਼ਰ ਹੋਏ ਪ੍ਰੋਗਰਾਮ ਦੇ ਵਿੱਚ। ਇੱਕ ਵਾਰ ਫਿਰ ਤੁਹਾਡਾ ਸਭ ਦਾ ਨਿੱਘਾ ਸਵਾਗਤ ਹੈ। ਆਸਾਂ ਬੱਝੀਆਂ ਸੀਗੀਆਂ ਕਿ ਕੈਨੇਡਾ ਅਮਰੀਕਾ ਬਾਰਡਰ ਜਿਹੜਾ ਆ 1 ਜੁਲਾਈ ਨੂੰ ਜਾਂ 4 ਜੁਲਾਈ ਨੂੰ ਖੁੱਲ੍ਹ ਸਕਦਾ ਆ। ਅਮਰੀਕਾ ਵਾਲੇ ਪਾਸਿਓਂ ਵੀ ਪ੍ਰੈਸ਼ਰ ਸੀਗਾ, ਕੈਨੇਡਾ ਵਾਲੇ ਪਾਸਿਓਂ ਵੀ ਪ੍ਰੈਸ਼ਰ ਸੀਗਾ, ਪਰ ਹੁਣ ਜਿਹੜੇ ਕੈਨੇਡਾ ਦੇ ਫੋਰਨ ਅਫੇਅਰਸ ਮਿਨਿਸਟਰ ਨੇ ਮਾਰਕ ਗਾਰਨਿਓ, ਉਹ ਕਹਿੰਦੇ ਵੀ ਹੱਲੇ ਅਸੀਂ ਇਸ ਸਮਰੱਥਾ ਦੇ ਵਿੱਚ ਨਹੀਂ ਹੈਗੇ, ਅਸੀਂ ਰਿਸਕ ਨਹੀਂ ਲੈਣਾ ਚਾਹੁੰਦੇ ਕਿ ਕੈਨੇਡਾ ਬਾਰਡਰ ਖੋਲ੍ਹ ਦਈਏ। ਉਹ ਕਹਿੰਦੇ ਅਸੀਂ ਸੂਬਾ ਸਰਕਾਰਾਂ ਦੇ ਸੰਬੰਧਿਤ ਮੰਤਰੀਆਂ ਦੇ ਨਾਲ ਗੱਲਬਾਤ ਕੀਤੀ ਆ। ਹਾਲਾਂਕਿ ਲੋਕ ਇਹ ਚਾਹੁੰਦੇ ਆ ਦੋਨਾਂ ਪਾਸਿਆਂ ਦੇ ਕਿ ਕੈਨੇਡਾ ਅਮਰੀਕਾ ਬਾਰਡਰ ਜਲਦੀ ਖੁੱਲ੍ਹੇ, ਅਸੀਂ ਇੱਕ ਦੂਜੇ ਦੇ ਪਾਸੇ ਜਾਈਏ, ਪਰ ਉਹ ਕਹਿੰਦੇ ਹੱਲੇ ਵੀ ਰਿਸਕ ਜਿਹੜਾ ਹੈਗਾ ਆ। ਅਸੀਂ ਚਾਹੁੰਦੇ ਨਹੀਂ ਕਿ ਇੱਕ ਮੁਲਕ ਤੋਂ ਦੂਜੇ ਮੁਲਕ ਨੂੰ ਬਿਮਾਰੀ ਜਿਹੜੀ ਆ ਉਹ ਜਾਵੇ, ਜਿਹਦੇ ਕਰਕੇ ਅਸੀਂ ਮਸਾਂ ਦੋਹਾਂ ਮੁਲਕਾਂ ਨੇ ਇਸ ਬਿਮਾਰੀ ਨੂੰ ਕੰਟਰੋਲ ਕੀਤਾ ਹੈ ਤਾਂ ਕਰੋਨਾ ਦੀ ਚੌਥੀ ਵੇਵ ਜਿਹੜੀ ਆ ਉਹ ਆ ਜਾਵੇ। ਉਸ ਨੂੰ ਰੋਕਣ ਦੇ ਵਾਸਤੇ ਅਸੀਂ ਕਹਿੰਦੇ ਪੂਰੀ ਵਚਨਬੱਧਤਾ ਦੇ ਨਾਲ ਲੱਗੇ ਹੋਏ ਹਾਂ। ਜਦੋਂ ਸਾਨੂੰ ਲੱਗੂਗਾ, ਪੂਰੀ ਤਿਆਰੀ ਹੋ ਜਾਊਗੀ ਦੋਹਾਂ ਮੁਲਕਾਂ ਦੀ ਕਿ ਹਾਂ ਅਸੀਂ ਖੋਲ੍ਹਣ ਲਈ ਤਿਆਰ ਹਾਂ, ਉਦੋਂ ਅਸੀਂ ਜ਼ਰੂਰ ਖੋਲ੍ਹਾਂਗੇ। ਅਸੀਂ ਵੀ ਚਾਹੁੰਦੇ ਹਾਂ ਕਿ ਬਾਰਡਰ ਜਲਦੀ ਖੁੱਲ੍ਹਣ, ਸਾਰਾ ਕੁਛ ਆਮ ਵਾਂਗ ਹੋਵੇ, ਪਰ ਅਸੀਂ ਉਨਾ ਚਿਰ ਨਹੀਂ ਕਰ ਸਕਦੇ ਜਿੰਨਾ ਚਿਰ ਸਾਨੂੰ ਇਹ ਡਰ ਹੈਗਾ ਆ ਕਿ ਇੱਕ ਮੁਲਕ ਤੋਂ ਦੂਜੇ ਮੁਲਕ ਜਿਹੜੀ ਬਿਮਾਰੀ ਆ ਉਹ ਜਾ ਸਕਦੀ ਆ। ਲਗਭਗ ਕਹਿ ਲਓ ਵੀ 1 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ। ਪਿਛਲੇ ਸਾਲ ਮਾਰਚ ਦੇ ਵਿੱਚ ਇਹ ਪਾਬੰਦੀਆਂ ਲੱਗੀਆਂ ਸੀਗੀਆਂ, ਉਸ ਤੋਂ ਬਾਅਦ ਬਾਰਡਰ ਜਿਹੜਾ ਆ ਉਹ ਬੰਦ ਕਰ ਦਿੱਤਾ ਗਿਆ ਸੀਗਾ, ਅਤੇ ਹੁਣ ਜੂਨ 21 ਤੱਕ ਤਾਂ ਬਕਾਇਦਾ ਤੌਰ ਦੇ ਉੱਤੇ ਐਲਾਨ ਹੋਇਆ ਹੀ ਆ ਕਿ ਬਾਰਡਰ ਬੰਦ ਆ। 1 ਜੁਲਾਈ ਜਾਂ 4 ਜੁਲਾਈ ਵਾਲੀ ਆਸ ਜਿਹੜੀ ਖੁੱਲ੍ਹਣ ਦੀ ਸੀ ਉਹ ਵੀ ਇਸ ਬਿਆਨ ਦੇ ਨਾਲ ਹੁਣ ਮੱਧਮ ਹੋ ਗਈ ਆ। ਵੈਕਸੀਨੇਸ਼ਨ ਦੋਹਾਂ ਪਾਸਿਆਂ 'ਤੇ ਬਹੁਤ ਤੇਜ਼ੀ ਦੇ ਨਾਲ ਹੋ ਰਹੀ ਆ, ਪਰ ਹੱਲੇ ਵੀ ਸਰਕਾਰਾਂ ਜਿਹੜੀਆਂ ਉਹ ਡਰ ਰਹੀਆਂ ਆ। ਕੈਨੇਡਾ ਦੇ ਵਿੱਚ ਘਰਾਂ ਦੀਆਂ ਕੀਮਤਾਂ ਵਧਣ ਦੀ ਗੱਲ ਕਰੀਏ ਤਾਂ ਬਹੁਤ ਵੱਡਾ ਮਸਲਾ ਆ। ਲੋਕ ਜਿਹੜੇ ਤਰਾਹ ਕਰ ਰਹੇ ਆ ਕਿ ਘਰਾਂ ਦੀਆਂ ਵੱਧਦੀਆਂ ਕੀਮਤਾਂ ਨੇ ਉਹਨਾਂ ਨੂੰ ਇੰਨਾ ਕੁ ਮਜਬੂਰ ਕਰ ਦਿੱਤਾ ਆ ਕਿ ਉਹ ਕਦੀ ਘਰ ਸ਼ਾਇਦ ਲੈ ਹੀ ਨਹੀਂ ਸਕਣਗੇ। ਇਹੋ ਜਿਹੀ ਸੋਚ ਜਿਹੜੀ ਲੋਕਾਂ 'ਚ ਪੈਦਾ ਹੋ ਰਹੀ ਆ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਜਿਹੜੇ ਆ ਫੈਡਰੇਸ਼ਨ ਆਫ ਕੈਨੇਡੀਅਨ ਮਿਊਨਿਸਪੈਲਿਟੀਜ਼, ਯਾਨੀ ਕਿ ਕੈਨੇਡਾ ਦੇ ਅੱਡ ਸ਼ਹਿਰਾਂ ਦੀਆਂ ਮਿਊਨਿਸਪੈਲਿਟੀਆਂ ਦੀ ਸਾਂਝੀ ਸੰਸਥਾ ਨੂੰ ਸੰਬੋਧਨ ਕਰ ਰਹੇ ਸੀਗੇ। ਉਹ ਕਹਿੰਦੇ ਵੀ ਅਸੀਂ ਘਰਾਂ ਦੀਆਂ ਕੀਮਤਾਂ ਨੂੰ ਕੰਟਰੋਲ 'ਚ ਰੱਖਣ ਦੇ ਵਾਸਤੇ ਵਚਨਬੱਧ ਹਾਂ। ਜਿਹੜੀਆਂ ਮਿਊਨਿਸਪੈਲਿਟੀਜ਼ ਨੇ ਉਹ ਦੱਸਣ ਵੀ ਉਹ ਫੈਡਰਲ ਗੌਰਮੈਂਟ ਦੇ ਕੋਲੋਂ ਕੀ ਤਵੱਕੋ ਰੱਖਦੀਆਂ, ਵੀ ਫੈਡਰਲ ਸਰਕਾਰ ਉਹਨਾਂ ਨੂੰ ਕੀ ਕਰੇ ਕਿ ਦੇਵੇ ਜਿਹਦੇ ਨਾਲ ਉਹ ਇਹ ਕੰਟਰੋਲ ਕਰ ਸਕਦੀਆਂ ਆ। ਸੋ ਜਿਹੜਾ ਅਸਲੀ ਮੁੱਦਾ ਆ ਉਹ ਡਿਮਾਂਡ ਸਪਲਾਈ ਦਾ ਹੀ ਆ। ਟਰੂਡੋ ਉਹਨਾਂ ਨੇ ਵੀ ਇਹੀ ਗੱਲ ਕਹੀ ਆ ਕਿ ਕਰੋਨਾ ਦੇ ਕਰਕੇ ਜਿਹੜਾ ਆ ਸਪਲਾਈ ਬਹੁਤ ਘੱਟ ਗਈ ਆ, ਕੰਮ ਬਹੁਤ ਥੋੜ੍ਹੇ ਹੋਏ ਆ, ਕੰਸਟਰਕਸ਼ਨ ਥੋੜ੍ਹੀ ਹੋਈ ਆ, ਆਬਾਦੀ ਉਨੀ ਵਧੀ ਜਾ ਰਹੀ ਆ, ਲੋਕ ਬਾਹਰੋਂ ਆ ਰਹੇ ਆ, ਵਿਆਜ ਦਰਾਂ ਘੱਟ ਕਰਕੇ ਲੋਕ ਉਤਸ਼ਾਹਿਤ ਵੀ ਜ਼ਿਆਦਾ ਨੇ, ਜ਼ਿਆਦਾ ਲੋਕ ਘਰ ਖਰੀਦਣਾ ਚਾਹੁੰਦੇ ਆ। ਉਹ ਕਹਿੰਦੇ ਇਸ ਕਰਕੇ ਕੈਨੇਡਾ ਦੇ ਵੱਡੇ ਘਰਾਂ ਦੇ ਵਿੱਚ ਘਰ ਲੈਣ ਇੱਕ ਸੁਪਨਾ ਬਣ ਗਿਆ ਆ। ਕੁਝ ਲੋਕਾਂ ਲਈ ਇਹ ਦੂਰ ਦੀ ਗੱਲ ਹੋ ਚੁੱਕਾ, ਪਰ ਮੈਂ ਇਸ ਮਸਲੇ ਦਾ ਹੱਲ ਚਾਹੁੰਦਾ ਹਾਂ। ਇਸ ਕਰਕੇ ਮਿਊਨਿਸਪੈਲਿਟੀਜ਼ ਨੂੰ ਮੈਂ ਕਹਿਣਾ ਚਾਹੁੰਦਾ ਕਿ ਉਹ ਦੱਸਣ ਕਿ ਫੈਡਰਲ ਸਰਕਾਰ ਤੁਹਾਡੀ ਕਿਸ ਤਰੀਕੇ ਦੇ ਨਾਲ ਮਦਦ ਕਰ ਸਕਦੀ ਆ। ਹੁਣ ਜਦੋਂ ਆਪਾਂ ਇਸ ਮਦਦ ਦੀ ਗੱਲ ਕਰਦੇ ਹਾਂ ਤਾਂ ਮਿਊਨਿਸਪੈਲਿਟੀ ਜਿਹੜੀਆਂ ਉਹ ਕੰਮ ਤੇਜ਼ ਕਰਕੇ ਇਹ ਸਪਲਾਈ ਨੂੰ ਵਧਾ ਸਕਦੀਆਂ ਆ। ਕਾਨੂੰਨ ਜਿਹੜੇ ਆ ਉਹ ਨਵੇਂ ਤੋਂ ਨਵੇਂ ਬਣਾਈ ਜਾ ਰਹੇ ਆ, ਕੋਡ ਜਿਹੜੇ ਆ ਉਹ ਨਵੇਂ ਤੋਂ ਨਵੇਂ ਲਾਗੂ ਕੀਤੇ ਜਾ ਰਹੇ ਆ। ਕੰਸਟਰਕਸ਼ਨ ਕੋਸਟ ਜਿਹੜੀ ਉਹ ਇੰਨੀ ਵੱਧ ਗਈ ਆ ਕਿ ਲੋਕ ਤਰਾਹ ਕਰ ਰਹੇ ਆ। ਜੇ BC ਦੇ ਵਿੱਚ ਗੱਲ ਕਰੀਏ ਤਾਂ ਲੰਬਰ ਦੀਆਂ ਕੀਮਤਾਂ ਤਕਰੀਬਨ ਤਿੱਗਣੀਆਂ ਹੋ ਗਈਆਂ। ਕੰਸਟਰਕਸ਼ਨ ਦਾ ਸਮਾਨ ਜਿਹੜਾ ਵਰਤੋਂ 'ਚ ਆ ਰਿਹਾ ਉਹ ਤਕਰੀਬਨ 3 ਗੁਣਾ ਮਹਿੰਗਾ ਹੋ ਗਿਆ ਆ। ਲੋਕ ਜਿਹਨਾਂ ਨੇ ਪਹਿਲਾਂ ਐਸਟੀਮੇਟ ਲਾ ਕੇ ਦਿੱਤਾ ਹੀ ਹੋਏ ਸੀਗੇ ਕਿ ਅਸੀਂ ਤੁਹਾਡਾ ਕੰਮ ਇੰਨੇ 'ਚ ਕਰਾਂਗੇ, ਉਹ ਪਿੱਛੇ ਹਟ ਰਹੇ ਆ। ਉਹ ਕਹਿੰਦੇ ਵੀ ਪ੍ਰਾਈਸ ਵੱਧ ਗਈ ਆ, ਅਸੀਂ ਜਿਹੜਾ ਇੰਨੇ 'ਚ ਕੰਮ ਨਹੀਂ ਕਰ ਸਕਦੇ, ਬਾਹਰੋਂ ਸਮਾਨ ਨਹੀਂ ਆ ਰਿਹਾ, ਕੱਚਾ ਮਾਲ ਜਿਹਦੇ ਕਰਕੇ ਇੱਥੇ ਜਿਹੜਾ ਸਮਾਨ ਬਣਦਾ ਸੀ ਉਹ ਵੀ ਨਹੀਂ ਬਣ ਰਿਹਾ, ਚਾਹੇ ਉਹ ਡਰਾਈ ਵਾਲ ਆ ਅਤੇ ਚਾਹੇ ਉਹ ਪੇਂਟ ਆ, ਉਹਨਾਂ ਦੀ ਵੀ ਕਿੱਲਤ ਆ ਰਹੀ ਆ। ਕਹਿੰਦੇ ਕੱਚਾ ਮਾਲ ਜਿਹੜਾ ਚੀਨ ਤੋਂ ਆਉਣਾ ਬੰਦ ਹੋ ਗਿਆ। ਸਿਟੀ ਦੇ ਵਿੱਚ ਜੇ ਪਲਾਨ ਕੋਈ ਗਿਆ ਹੋਇਆ ਆ 6-6 ਮਹੀਨੇ ਪਲਾਨ ਨੂੰ ਲੱਗ ਰਹੇ ਆ, ਉੱਥੇ ਬੈਠੀ ਜਿਹੜੀ ਅਫਸਰਸ਼ਾਹੀ ਆ ਉਹ ਇੰਨੀਆਂ ਮੀਨ ਮੇਖਾਂ ਕਰਦੀ ਆ ਕਿ ਜਿਹੜਾ ਛੋਟਾ ਬਿਲਡਰ ਆ ਉਹਦਾ ਤਰਾਹ ਨਿਕਲਿਆ ਪਿਆ ਆ। ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਆ ਕੁਝ ਕਾਰਨ ਨੇ ਜਿਹਨਾਂ ਕਰਕੇ ਕੈਨੇਡਾ ਦੇ ਵਿੱਚ ਘਰਾਂ ਦੀ ਮਾਰਕੀਟ ਜਿਹੜੀ ਆ ਉਹ ਮਹਿੰਗੀ ਤੋਂ ਮਹਿੰਗੀ ਹੁੰਦੀ ਜਾ ਰਹੀ ਆ। ਸੋ ਰੈੱਡ ਟੇਪ ਅਦਾਰਿਆਂ ਦੇ ਵਿੱਚ ਇੰਨੀ ਆ, ਚਾਹੇ ਉਹ ਮਿਊਨਿਸਪੈਲਿਟੀਜ਼ ਨੇ ਚਾਹੇ ਸਰਕਾਰੀ ਅਦਾਰੇ ਨੇ ਜਿਹੜੇ ਕਿ ਘਰਾਂ ਦੀ ਕੰਸਟਰਕਸ਼ਨ ਦੇ ਵਿੱਚ ਇਨਵੋਲਵ ਆ, ਕਿ ਉਹ ਇੱਕ ਕੰਮ ਜਿਹੜਾ ਘੰਟਿਆਂ 'ਚ ਹੋਣ ਵਾਲਾ ਹੁੰਦਾ ਆ ਉਹਨੂੰ ਦਿਨਾਂ 'ਚ ਨਹੀਂ ਬਲਕਿ ਮਹੀਨਿਆਂ ਦੇ ਵਿੱਚ ਘੁਮਾ ਰਹੇ ਆ, ਜਿਹਦੇ ਕਰਕੇ ਆਮ ਲੋਕਾਂ ਦਾ ਕਚੂਮਰ ਜਿਹੜਾ ਨਿਕਲ ਰਿਹਾ ਹੈਗਾ। BC ਦੇ ਵਿੱਚ ਜੇ ਗੱਲ ਕਰੀਏ ਤਾਂ ਹਾਰਡ ਹੈਟ ਜਿਹੜਾ ਆ ਉਹ ਇੱਕ ਮਸਲਾ ਬਣਿਆ ਹੋਇਆ ਸੀਗਾ। ਕੰਮ ਵਾਲੀਆਂ ਥਾਂ ਦੇ ਉੱਤੇ ਜਿੱਥੇ ਸਿਰ ਦੇ ਵਿੱਚ
ਸੱਟ ਲੱਗਣ ਦਾ ਡਰ ਹੁੰਦਾ। ਉੱਤੇ ਹਾਰਡ ਹੈਡ ਪਾਉਣ ਨੂੰ ਕਿਹਾ ਜਾਂਦਾ। ਬਹੁਤ ਸਾਰੀਆਂ ਮਿੱਲਾਂ, ਫੈਕਟਰੀਆਂ, ਉਸਾਰੀ ਵਾਲੀਆਂ ਥਾਵਾਂ ਦੇ ਉੱਤੇ ਹਾਰਡ ਹੈਡ ਜਿਹੜਾ ਇਸਤੇਮਾਲ ਕੀਤਾ ਜਾਂਦਾ। ਸਿੱਖਾਂ ਸਮੇਤ ਕੁਝ ਫਿਰਕੇ ਇਸ ਗੱਲ ਦੇ ਉੱਤੇ ਇਤਰਾਜ਼ ਕਰ ਰਹੇ ਸੀਗੇ ਕਿ ਉਹਨਾਂ ਦੇ ਜਿਹੜੀ ਦਸਤਾਰ ਹੈਗੀ ਆ ਪਹਿਨਣ ਦੇ ਵਾਸਤੇ ਪ੍ਰੋਬਲਮ ਆਉਂਦੀ ਆ। ਹਾਰਡ ਹੈਡ ਜਿਹੜਾ ਆ ਉਹ ਪਹਿਨਣਾ ਜਿਹੜਾ ਜ਼ਰੂਰੀ ਨਾ ਕੀਤਾ ਜਾਵੇ। ਇਸ ਗੱਲ ਨੂੰ ਲੈ ਕੇ ਲਗਭਗ ਡੇਢ ਦਹਾਕੇ ਤੋਂ ਸਟਰਗਲ ਜਿਹੜੀ ਆ ਚੱਲ ਰਹੀ ਸੀਗੀ। ਹੁਣ BC ਦੇ ਜਿਹੜੇ ਲੇਬਰ ਮਿਨਿਸਟਰ ਨੇ ਹੈਰੀ ਬੈਂਸ, ਉਹਨਾਂ ਨੇ ਦੱਸਿਆ ਕਿ ਜਿਹੜੀ ਲੋਕਾਂ ਦੀ ਕੰਮਾਂ ਦੇ ਉੱਤੇ ਸਾਂਭ ਸੰਭਾਲ ਕਰਨ ਵਾਲੀ ਸੰਸਥਾ ਵਰਕ ਸੇਫ BC ਆ, ਉਹਨਾਂ ਨੂੰ ਇਹ ਹਦਾਇਤਾਂ ਦਿੱਤੀਆਂ ਗਈਆਂ ਸੀਗੀਆਂ ਕਿ ਤੁਸੀਂ ਸਮੀਖਿਆ ਕਰੋ ਇਸ ਗੱਲ ਦੀ ਕਿ ਕਿੱਥੇ ਕਿੱਥੇ ਹਾਰਡ ਹੈਡ ਦੀ ਲੋੜ ਆ, ਕਿੱਥੇ ਕਿੱਥੇ ਨਹੀਂ। ਮਿਸਾਲ ਵਜੋਂ ਕੋਈ ਬਹੁਤ ਵੱਡੀ ਫੈਕਟਰੀ ਉਹਦੇ ਗੇਟ ਦੇ ਬਾਹਰ ਲਿਖ ਕੇ ਲਾਇਆ ਆ ਕਿ ਹਾਰਡ ਹੈਡ ਜਿਹੜਾ ਇੱਥੋਂ ਗਾਂਹ ਪਾਉਣਾ ਲਾਜ਼ਮੀ ਆ। ਉਹ ਕਹਿੰਦੇ ਵੀ ਦੇਖੋ ਵੀ ਜਿੱਥੇ ਖਤਰਾ ਕਿੱਥੇ ਐਗਜ਼ੈਕਟਲੀ ਉਸ ਜਗ੍ਹਾ ਦੇ ਉੱਤੇ ਤਾਂ ਤੁਸੀਂ ਹਾਰਡ ਹੈਡ ਪਾਉਣਾ ਲਾਜ਼ਮੀ ਕਰ ਸਕਦੇ ਆ, ਪਰ ਸਾਰੀ ਥਾਂ ਨਹੀਂ ਕਿ ਉੱਥੇ ਪਾਇਆ ਜਾਵੇ। ਕਈ ਥਾਂ ਇਹੋ ਜਿਹੀਆਂ ਵੀ ਹੈਗੀਆਂ ਜਿੱਥੇ ਕਿ ਹਾਰਡ ਹੈਡ ਪਾਉਣ ਦੀ ਲੋੜ ਨਹੀਂ ਹੈਗੀ, ਬੇਵਜ੍ਹਾ ਜਿਹੜਾ ਪਾਇਆ ਜਾ ਰਿਹਾ। ਉਹ ਸਮੀਖਿਆ ਕਰਨ ਤੋਂ ਬਾਅਦ ਰਿਪੋਰਟ ਜਿਹੜੀ ਆ ਉਹ 27 ਅਪ੍ਰੈਲ ਨੂੰ ਦਿੱਤੀ ਗਈ ਆ। ਹੁਣ 1 ਸਤੰਬਰ 2021 ਤੋਂ BC ਦੇ ਵਿੱਚ ਜਿਹੜੇ ਇੰਪਲੋਇਰਸ ਆ ਉਹਨਾਂ ਨੂੰ ਆਪਣੇ ਕੰਮ ਦੀ ਸਮੀਖਿਆ ਕਰਨੀ ਪਊਗੀ, ਕੰਮ ਦੇ ਮਾਲਕਾਂ ਨੂੰ, ਅਤੇ ਦੱਸਣਾ ਪਊਗਾ ਵਰਕਸੇਫ BC ਨੂੰ ਕਿ ਇੱਥੇ ਇੱਥੇ ਸਾਨੂੰ ਲੋੜ ਹੈਗੀ ਆ ਹਾਰਡ ਹੈਡ ਦੀ, ਤਾਂ ਇੱਥੇ ਇੱਥੇ ਨਹੀਂ ਹੈਗੀ। ਜਿਸ ਦੇ ਕਾਰਨ ਕੁਝ ਲੋਕ ਜਿਹੜੇ ਆ ਉਹ ਬਿਨਾਂ ਹਾਰਡ ਹੈਡ ਪਾਇਆ ਵੀ ਆਪਣੇ ਧਾਰਮਿਕ ਜਿਹੜੇ ਹੱਕ ਆ ਰੱਖ ਸਕਣਗੇ ਅਤੇ ਉਹਨਾਂ ਨੂੰ ਹਾਰਡ ਪਾਉਣ ਦੀ ਲੋੜ ਜਿਹੜੀ ਆ ਉਹ ਨਹੀਂ ਹੋਊਗੀ। ਇਸ ਸੰਬੰਧੀ ਇੱਕ ਜਿਹੜੇ ਜੰਗਲਾਤ ਕਰਮਚਾਰੀ ਨੇ ਕੁਲਵੰਤ ਸਿੰਘ, ਉਹ ਕਹਿੰਦੇ ਵੀ ਮੈਂ ਇਸ ਸੰਬੰਧੀ 13 ਸਾਲ ਤੋਂ ਵਕਾਲਤ ਕਰਦਾ ਆ ਰਿਹਾ ਹਾਂ। ਇਹ ਜਿਹੜਾ ਫੈਸਲਾ BC ਸਰਕਾਰ ਵੱਲੋਂ ਹੁਣ ਕੀਤਾ ਗਿਆ ਆ, ਇਹਦੇ ਨਾਲ ਜਿਹੜਾ ਸਪੈਸ਼ਲੀ ਫੋਰੈਸਟ ਇੰਡਸਟਰੀ ਦੇ ਵਿੱਚ ਕੰਮ ਕਰਨ ਵਾਲੇ ਲੋਕ ਆ ਉਹਨਾਂ ਨੂੰ ਬੜਾ ਫਾਇਦਾ ਹੋਊਗਾ ਅਤੇ ਹੁਣ ਸਾਰੇ ਲੋਕ ਬਿਨਾਂ ਕਿਸੇ ਵਿਤਕਰੇ ਦੇ ਜਿਹੜੇ ਆ ਉਹ ਕੰਮ ਕਰ ਸਕਣਗੇ ਜੀ। ਗੱਲ ਕਰਾਂਗੇ ਈਰਾਨ ਦੀ। ਈਰਾਨ ਦਾ ਜਿਹੜਾ ਸਭ ਤੋਂ ਵੱਡਾ ਜੰਗੀ ਬੇੜੇ ਆ ਉਹਨਾਂ ਦੇ ਵਿੱਚੋਂ ਇੱਕ ਓਮਾਨ ਦੀ ਖਾੜੀ 'ਚ ਉਹਨੂੰ ਅੱਗ ਲੱਗ ਗਈ ਜੀ। ਅਤੇ ਉਹ ਖੜਗ ਨਾਂ ਦਾ ਇਹ ਸਮੁੰਦਰੀ ਬੇੜਾ ਜਿਹੜਾ ਸੀਗਾ, ਇਹ ਖੜਗ ਆਈਲੈਂਡ ਦੇ ਨਾਂ ਦੇ ਉੱਤੇ ਰੱਖਿਆ ਗਿਆ ਸੀਗਾ, ਜਿੱਥੇ ਕਿ ਈਰਾਨ ਦੇ ਤੇਲ ਦਾ ਮੁੱਖ ਟਰਮੀਨਲ ਹੈਗਾ ਆ। ਹੁਣ ਇਸ ਜਿਹੜੇ ਬੇੜੇ ਨੂੰ ਅੱਗ ਲੱਗੀ ਆ, ਉਸ ਤੋਂ ਬਾਅਦ ਅੱਗ ਲੱਗਣ ਤੋਂ ਬਾਅਦ ਡੁੱਬ ਗਿਆ ਆ। ਹਾਲ ਦੀ ਘੜੀ ਨੂੰ ਇੱਕ ਹਾਦਸਾ ਦੱਸਿਆ ਜਾ ਰਿਹਾ, ਪਰ ਈਰਾਨ ਦਾ ਮੀਡੀਆ ਜਿਹੜਾ ਦੱਬਵੀਂ ਸੁਰ ਦੇ ਵਿੱਚ ਇਹ ਸ਼ੰਕਾ ਪ੍ਰਗਟਾ ਰਿਹਾ ਆ ਕਿ ਹੋ ਸਕਦਾ ਕਿ ਇਹ ਕਿਸੇ ਦੁਸ਼ਮਣ ਫੌਜ ਦੀ ਜਿਹੜੀ ਆ ਕਾਰਵਾਈ ਹੋਵੇ, ਅਤੇ ਵਰਨਾ ਐਡੇ ਵੱਡੇ ਬੇੜੇ ਨੂੰ ਅੱਗ ਲੱਗਣੀ ਅਤੇ ਉਸ ਦਾ ਡੁੱਬਣਾ ਜਿਹੜਾ ਆ ਕੋਈ ਛੋਟੀ ਗੱਲ ਨਹੀਂ ਹੈਗੀ। ਇਹ ਇੱਕ ਬਹੁਤ ਵੱਡਾ ਹਾਦਸਾ ਹੈ ਜਿਹਦੇ ਨਾਲ ਈਰਾਨ ਨੂੰ ਬਹੁਤ ਵੱਡਾ ਨੁਕਸਾਨ ਜਿਹੜਾ ਆ ਪਹੁੰਚਿਆ ਆ। ਉਹ ਕਹਿੰਦੇ ਅਸੀਂ ਖੋਜ ਕਰ ਰਹੇ ਹਾਂ ਕਿ ਇਹਦੇ ਵਿੱਚ ਸ਼ਰਾਰਤ ਜਿਹੜੀ ਆ ਉਹ ਹੋ ਸਕਦੀ ਹੈ ਜਾਂ ਨਹੀਂ। ਆਉਣ ਵਾਲੇ ਦਿਨਾਂ ਦੇ ਵਿੱਚ ਇਸ ਸੰਬੰਧੀ ਹੋਰ ਗੱਲਬਾਤ ਸਾਹਮਣੇ ਆ ਸਕਦੀ ਹੈ। ਕਰੋਨਾ ਦੇ ਪੀੜਤ ਆਪਾਂ ਸਾਰੇ ਹੀ ਆ, ਕਿਸੇ ਨਾ ਕਿਸੇ ਕਾਰਨ ਆਪਾਂ ਕਰੋਨਾ ਦਾ ਜਿਹੜਾ ਦਰਦ ਹੰਢਾਇਆ ਆ। ਕੋਈ ਬਿਮਾਰ ਹੋਇਆ, ਕੋਈ ਨਹੀਂ ਹੋਇਆ, ਕਿਸੇ ਦੇ ਨਜ਼ਦੀਕੀ ਬਿਮਾਰ ਹੋਏ ਆ ਜਾਂ ਨਹੀਂ ਹੋਏ, ਇਹ ਗੱਲ ਡਿਫਰੈਂਟ ਹੈ। ਪਰ ਫਾਈਨੈਂਸ਼ਲੀ ਤੌਰ ਦੇ ਉੱਤੇ, ਸਮਾਜਿਕ ਤੌਰ ਦੇ ਉੱਤੇ ਅਸੀਂ ਸਾਰਿਆਂ ਨੇ ਇਸ ਦਾ ਅਸਰ ਕਬੂਲਿਆ। ਲੋਕਾਂ ਨੂੰ ਘਰਾਂ 'ਚ ਕੈਦ ਹੋਣਾ ਪਿਆ, ਬਹੁਤ ਵੱਡੀਆਂ ਵੱਡੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਕਈਆਂ ਨੂੰ ਤਾਂ ਆਪਣੇ ਰੁਜ਼ਗਾਰ ਤੱਕ ਜਿਹੜੇ ਆ ਬੰਦ ਕਰਨੇ ਪਏ ਆ। ਹੁਣ ਜਦੋਂ ਲੱਗ ਰਿਹਾ ਇੱਕ ਪਾਸੇ ਕਿ ਕਰੋਨਾ ਜਿਹੜਾ ਖਾਤਮੇ ਵੱਲ ਨੂੰ ਵੱਧ ਰਿਹਾ, ਤਾਂ ਚੀਨ ਦੇ ਵਿੱਚ ਇੱਕ ਨਵਾਂ ਬਰਡ ਫਲੂ ਜਿਹੜਾ ਆ ਉਹ ਮਨੁੱਖ ਨੂੰ ਹੋਇਆ, ਜਿਸ ਨੇ ਇੱਕ ਵਾਰੀ ਫਿਰ ਲੋਕਾਂ ਦੇ ਕੰਨ ਜਿਹੜੇ ਚੱਕ ਦਿੱਤੇ ਆ। ਕਿਉਂਕਿ ਜਿਹੜਾ ਪਹਿਲਾ ਵਾਇਰਸ ਹੈਗਾ ਆ ਕਰੋਨਾ ਦਾ, ਉਹ ਵੀ ਚੀਨ ਤੋਂ ਹੀ ਸ਼ੁਰੂ ਹੋਇਆ ਸੀ, ਵੂਹਾਨ ਸ਼ਹਿਰ ਤੋਂ। ਅਤੇ ਇਹ ਜਿਹੜਾ ਨਵਾਂ ਵਾਇਰਸ ਆਇਆ, ਇਹਦੇ ਬਾਰੇ ਚੀਨ ਦੇ ਕੌਮੀ ਸਿਹਤ ਕਮਿਸ਼ਨ NSC ਦਾ ਕਹਿਣਾ ਹੈ ਕਿ ਚੀਨ ਦੇ ਜਿਆਂਗਜੂ ਸੂਬੇ ਦੇ ਵਿੱਚ ਇੱਕ ਮਨੁੱਖ ਜਿਹੜਾ ਇਹ ਤੋਂ ਪੀੜਤ ਲੱਭਿਆ ਆ, ਅਤੇ ਇਹਦਾ ਨਾਂ ਉਹਨਾਂ ਨੇ ਇਸ ਵਾਇਰਸ ਦਾ H10N3 ਰੱਖਿਆ ਜੀ। ਉਹ ਕਹਿੰਦੇ ਪਹਿਲਾ ਕੇਸ ਅਜਿਹਾ ਸਾਹਮਣੇ ਆਇਆ ਕਿ ਕਿਸੇ ਬਰਡ ਤੋਂ, ਕਿਸੇ ਪੰਛੀ ਤੋਂ, ਕਿਸੇ ਬੰਦੇ ਨੂੰ ਇਹ ਜਿਹੜਾ ਫਲੂ ਹੋਇਆ ਆ। ਇਹ ਵਿਅਕਤੀ ਜਿਹਨੂੰ ਇਹ ਫਲੂ ਲੱਭਿਆ ਆ 41 ਸਾਲਾਂ ਦਾ ਆ। 23 ਅਪ੍ਰੈਲ ਨੂੰ ਇਸੇ ਸਾਲ ਕਹਿੰਦੇ ਉਹਨੂੰ ਬੁਖਾਰ ਹੋਇਆ, ਹੋਰ ਸਰੀਰਕ ਤਕਲੀਫਾਂ ਹੋਈਆਂ, ਜਿਸ ਤੋਂ ਬਾਅਦ ਉਹਨੂੰ 28 ਅਪ੍ਰੈਲ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ। ਉਦੋਂ ਤੋਂ ਲੈ ਕੇ ਹੁਣ ਤੱਕ ਉਹਦਾ ਇਲਾਜ ਜਿਹੜਾ ਜਾਰੀ ਆ। ਉਹਦੀ ਸਿਹਤ ਕਹਿੰਦੇ ਅੱਗੇ ਨਾਲੋਂ 9/9 ਹੋ ਰਹੀ ਆ। ਹਸਪਤਾਲ ਤੋਂ ਛੁੱਟੀ ਦਿੱਤੀ ਜਾ ਸਕਦੀ ਆ। ਪਰ ਚੀਨ ਪਹਿਲਾਂ ਵੀ ਇਸ ਮਾਮਲੇ ਵਿੱਚ ਕਾਫੀ ਝੂਠ ਬੋਲਦਾ ਆਇਆ। ਜਿਹੜਾ ਵੂਹਾਨ ਦੇ ਵਿੱਚ ਵਾਇਰਸ ਲੀਕ ਹੋਇਆ ਆ ਜਾਂ ਉਹ ਕਿਵੇਂ ਕੁਦਰਤੀ ਤੌਰ ਦੇ ਉੱਤੇ ਵਾਇਰਸ ਬਣਿਆ, ਉਹਦੇ ਬਾਰੇ ਵੀ ਹਾਲੇ ਬਹੁਤ ਗੱਲਾਂ ਬਾਤਾਂ, ਥਿਊਰੀਜ਼ ਜਿਹੜੀਆਂ ਚੱਲ ਰਹੀਆਂ ਆ। ਸੋ ਇੱਕ ਵਾਰੀ ਫਿਰ ਦੁਨੀਆ ਦੀ ਨਿਗਾਹ ਜਿਹੜੀ ਇਸ ਬਰਡ ਫਲੂ ਵੱਲ ਹੋ ਗਈ ਆ, ਕਿਉਂਕਿ ਬਰਡ ਫਲੂ ਪਹਿਲਾਂ ਵੀ ਜਿਹੜੇ ਆਉਂਦੇ ਰਹੇ ਆ ਇੰਨੇ ਖਤਰਨਾਕ ਨਹੀਂ ਹੋਏ। ਪਰ ਜਿਹੜਾ ਬਰਡ ਫਲੂ ਜਿਹੜਾ ਨਵਾਂ ਆਇਆ, ਇਹਦਾ ਕਰੋਨਾ ਦੇ ਨਾਲ ਕੋਈ ਮੇਲ ਤਾਂ ਨਹੀਂ ਹੈਗਾ, ਜਾਂ ਲੋਕ ਡਰੇ ਹੀ ਇੰਨੇ ਹੋਏ ਆ ਕਿ ਵਾਇਰਸ ਤੋਂ, ਕਿ ਹੁਣ ਵਾਇਰਸ ਸ਼ਬਦ ਜਿਹੜਾ ਆ ਉਹ ਬਹੁਤ ਡਰਾਉਣ ਲੱਗ ਪਿਆ ਆ। ਇਸ ਕਰਕੇ ਚਿੰਤਾਵਾਂ ਜਿਹੜੀਆਂ ਆ ਵਧੀਆਂ ਹੋਈਆਂ ਆ। ਬੇਸ਼ੱਕ ਚੀਨ ਵੱਲੋਂ ਕਿਹਾ ਜਾ ਰਿਹਾ ਕਿ ਇਹ ਵਿਅਕਤੀ ਜਿਹੜਾ ਉਹਦੇ ਸੰਪਰਕ ਵਿੱਚ ਆਉਣ ਵਾਲੇ ਬੰਦੇ ਵੀ ਨਿਗਰਾਨੀ 'ਚ ਰੱਖੇ ਹੋਏ ਆ,
ਉਹਨਾਂ ਦੇ ਵਿੱਚ ਕੋਈ ਖਤਰਨਾਕ ਲੱਛਣ ਜਿਹੜੇ ਆ ਨਹੀਂ ਦਿਖਾਈ ਦੇ ਰਹੇ, ਫਿਰ ਵੀ ਦੁਨੀਆ ਹਲੇ ਯਕੀਨ ਕਰਨ ਨੂੰ ਰਾਜ਼ੀ ਨਹੀਂ, ਕਿਉਂਕਿ ਜਦੋਂ ਪਹਿਲਾ ਵਾਇਰਸ ਆਇਆ ਸੀ ਉਹ ਵੀ ਬਹੁਤ ਛੋਟੀ ਪੱਧਰ 'ਤੇ ਸ਼ੁਰੂ ਹੋਇਆ ਸੀਗਾ ਅਤੇ ਦੇਖਦਿਆਂ ਪੂਰੀ ਦੁਨੀਆ ਦੇ ਵਿੱਚ ਇੱਕ ਮਹਾਮਾਰੀ ਦਾ ਰੂਪ ਜਿਹੜਾ ਉਹ ਲੈ ਗਿਆ ਸੀਗਾ। ਇਸ ਵਾਰ ਗੱਲ ਚੰਗੀ ਇਹ ਹੈ ਕਿ ਚੀਨ ਨੇ ਪਹਿਲਾਂ ਹੀ ਦੱਸ ਦਿੱਤਾ ਹੈ ਤਾਂ ਕਿ ਹੋਰ ਮੁਲਕ ਜਿਹੜੀਆਂ ਹੋਰ ਸਿਹਤ ਸੰਸਥਾਵਾਂ ਆ ਉਹ ਵੀ ਜਾ ਕੇ ਚੀਨ ਦੀ ਇਸ ਵਾਇਰਸ ਨੂੰ ਰੋਕਣ ਦੇ ਵਿੱਚ ਮਦਦ ਕਰ ਸਕਣ। ਗੱਲ ਕਰਾਂਗੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਇੱਕ ਨਿਵੇਕਲਾ ਫੈਸਲਾ ਕੀਤਾ ਆ। ਉਹਨਾਂ ਨੇ ਉਹ ਪੁਰਾਤਨ ਗੁਰੂ ਮਹਾਰਾਜ ਦਾ ਸਰੂਪ ਜਿਹੜਾ ਕਿ ਦਰਬਾਰ ਸਾਹਿਬ 'ਤੇ ਹੋਏ 84 ਦੇ ਹਮਲੇ ਵਿੱਚ ਜ਼ਖਮੀ ਹੋ ਗਿਆ ਸੀਗਾ, ਦਰਬਾਰ ਸਾਹਿਬ 'ਤੇ ਸੁਸ਼ੋਭਿਤ ਸਰੂਪ ਦੇ ਵਿੱਚ ਫੌਜੀ ਗੋਲੀਆਂ ਲੱਗੀਆਂ ਸੀਗੀਆਂ, ਉਹਨੂੰ ਸੰਗਤਾਂ ਦੇ ਦਰਸ਼ਨ ਕਰਨ ਦੇ ਵਾਸਤੇ ਰੱਖਣ ਦਾ ਐਲਾਨ ਕੀਤਾ ਆ। ਇਹ ਆਪਣੇ ਆਪ ਦੇ ਵਿੱਚ ਬੜੀ ਦਿਲਚਸਪ ਗੱਲ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਪਹਿਲਾਂ ਵੀ ਬੀਬੀ ਜਗੀਰ ਕੌਰ ਉਹਨਾਂ ਦੇ ਕੋਲ ਰਹੀ ਆ। ਉਹਨਾਂ ਦੇ ਰਾਜ ਵਿੱਚ ਵੀ ਨਿਸ਼ਾਨੀਆਂ ਜਿਹੜੀਆਂ ਮਿਟਾਈਆਂ ਜਾਂਦੀਆਂ ਰਹੀਆਂ, ਹੋਰ ਬਹੁਤ ਸਾਰਾ ਸਮਾਨ ਜਿਹੜਾ ਦਿਖਾਉਣ ਵਾਲਾ ਸੀਗਾ ਉਹ ਵੀ ਲੁਕੋ ਕੇ ਜਾਂਦਾ ਰੱਖਿਆ, ਪਰ ਹੁਣ ਅਚਾਨਕ ਜਿਹੜਾ ਆ ਇਹ ਫੈਸਲਾ ਕੀਤਾ ਗਿਆ ਕਿ ਇਹ ਸਾਰਾ ਕੁਝ ਜਿਹੜਾ ਦਿਖਾਇਆ ਜਾਵੇ ਸੰਗਤ ਵਾਸਤੇ। ਗੱਲ ਉਹੀ ਆ ਕਿ ਹੁਣ ਭਾਜਪਾ ਦੇ ਨਾਲ ਜਿਹੜੀ ਆ ਦੋਸਤੀ ਹੈ ਨਹੀਂ, ਹੁਣ ਭਾਜਪਾ ਵੀ ਦੁਸ਼ਮਣ ਆ ਅਤੇ ਕਾਂਗਰਸ ਵੀ ਦੁਸ਼ਮਣ ਆ। ਜਿੰਨਾ ਚਿਰ ਭਾਜਪਾ ਨਾਲ ਭਾਈਵਾਲੀ ਰਹੀ ਆ ਉਹਨਾਂ ਚਿਰ ਇਹ ਸਮਾਨ ਜਿਹੜਾ ਆ ਉਹ ਮਹੱਤਵ ਨਹੀਂ ਸੀ ਰੱਖਦਾ ਦਿਖਾਉਣਾ। ਹੁਣ ਪਤਾ ਕਿ ਪੰਥਕ ਵੋਟ ਦੀ ਲੋੜ ਆ ਅਤੇ ਇਸ ਕਰਕੇ ਇਹ ਸਮਾਨ ਜਿਹੜਾ ਦਿਖਾਉਣਾ ਹੁਣ ਜ਼ਰੂਰੀ ਹੋ ਗਿਆ। ਚੰਗੀ ਗੱਲ ਆ ਕਿ ਲੋਕਾਂ ਤੋਂ ਲੁਕੋ ਕੇ ਰੱਖਿਆ ਗਿਆ ਇੰਨਾ ਚਿਰ ਸਮਾਨ ਜਿਹੜਾ ਆ ਹੁਣ ਸੰਗਤ ਉਸ ਦੇ ਦਰਸ਼ਨ ਜਿਹੜੇ ਆ ਕਰ ਸਕੂਗੀ। 3 ਜੂਨ ਤੋਂ ਲੈ ਕੇ 5 ਜੂਨ ਤੱਕ ਜਿਹੜਾ ਅਕਾਲ ਤਖ਼ਤ ਸਾਹਿਬ ਦੇ ਨਜ਼ਦੀਕ ਸਥਾਨ ਗੁਰਦੁਆਰਾ ਬਾਬਾ ਗੁਰਬਖਸ਼ ਸਿੰਘ ਸ਼ਹੀਦ ਹੋਣਾ ਦਾ ਹੈਗਾ, ਉਹਦੇ ਲਾਗੇ ਇਹ ਦਰਸ਼ਨ ਲਈ ਰੱਖਿਆ ਜਾਵੇਗਾ। ਇਹ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦੱਸਿਆ ਗਿਆ ਕਿ ਸੋਨੇ ਦੇ ਉਹ ਪੱਤਰੇ ਜਿਹੜੇ ਕਿ ਦਰਬਾਰ ਸਾਹਿਬ ਦੇ ਹਮਲੇ ਵੇਲੇ ਕਾਲੇ ਹੋ ਗਏ ਸੀਗੇ, ਜਿਨ੍ਹਾਂ ਦੇ ਵਿੱਚ ਦੀ ਗੋਲੀਆਂ ਲੰਘੀਆਂ ਹੋਈਆਂ ਆ, ਉਹਨਾਂ ਦੇ ਦਰਸ਼ਨ ਵੀ ਜਿਹੜੇ ਆ ਉਹ ਸੰਗਤ ਨੂੰ ਕਰਵਾਏ ਜਾਣਗੇ। ਬੀਬੀ ਜਗੀਰ ਕੌਰ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਜਦੋਂ ਕਰ ਰਹੇ ਸੀਗੇ ਤਾਂ ਉਹ ਸੰਬੋਧਨ ਕਰਦਿਆਂ 2 ਵਾਰੀ ਭਾਵੁਕ ਹੋਏ, ਮਨ ਭਾਵੁਕ ਹੋ ਗਿਆ, ਜਜ਼ਬਾਤੀ ਹੋ ਕੇ ਅੱਥਰੂ ਨਿਕਲਣ ਲੱਗੇ। ਤਾਂ ਪੱਤਰਕਾਰਾਂ ਨੂੰ ਦੱਸਿਆ ਕਿ ਜਦੋਂ ਮੈਂ ਕੁਝ ਦਿਨ ਪਹਿਲਾਂ ਇਸ ਸਰੂਪ ਦੇ ਦਰਸ਼ਨ ਕੀਤੇ ਆ ਤਾਂ ਮੈਨੂੰ ਚੇਤਾ ਆ ਗਿਆ ਕਿ ਕਿੰਨੀ ਨਿਰਦੈਤਾ ਦੇ ਨਾਲ ਕਾਂਗਰਸ ਸਰਕਾਰ ਨੇ ਹਮਲਾ ਕੀਤਾ ਅਤੇ ਮਹਾਰਾਜ ਦੇ ਸਰੂਪ ਦੇ ਵਿੱਚ ਵੀ ਗੋਲੀਆਂ ਜਿਹੜੀਆਂ ਮਾਰੀਆਂ ਗਈਆਂ। ਇਹ ਇੱਕ ਸਿੱਖ ਦਾ ਜਿਹੜਾ ਦਰਦ ਆ ਉਹ ਹੈਗਾ ਆ, ਜ਼ਰੂਰ ਜਦੋਂ ਵੀ ਕੋਈ ਦੇਖੂਗਾ ਤਾਂ ਉਹਨੂੰ ਇਹ ਗੱਲਾਂ ਜਿਹੜੀਆਂ ਲੱਗਣਗੀਆਂ। ਪਰ ਕਮਾਲ ਦੀ ਗੱਲ ਇਹ ਹੈ ਕਿ ਬੀਬੀ ਜਗੀਰ ਕੌਰ ਉਹਨਾਂ ਦੀ ਪਾਰਟੀ ਦੇ ਰਾਜ ਵਿੱਚ ਹੀ ਬਰਗਾੜੀ ਦੇ ਵਿੱਚ ਜਿਹੜਾ ਆ ਉਹ ਗੁਰੂ ਸਾਹਿਬ ਦੇ ਅੰਗਾਂ ਦੀ ਬੇਅਦਬੀ ਹੋਈ, ਅੰਗ ਜਿਹੜੇ ਆ ਪੈਰਾਂ ਦੇ ਵਿੱਚ ਰੋਲੀ ਗਏ, ਇਸੇ ਤਰ੍ਹਾਂ ਦੀ ਬੇਅਦਬੀ ਜਿਹੜੀ ਉਹ ਕੀਤੀ ਗਈ ਹੈ। ਅਤੇ ਉਹਨੂੰ ਬਚਾਉਣ ਦੇ ਵਾਸਤੇ ਡੇਰਾ ਸਿਰਸੇ ਦੇ ਨਾਲ ਸਾਂਝਾਂ ਉਹ ਕਿਸੇ ਤੋਂ ਲੁਕੀਆਂ ਨਹੀਂ ਹੈਗੀਆਂ। ਪਰ ਹੁਣ ਸਮਾਂ ਬਦਲ ਗਿਆ ਆ, ਭਾਈਵਾਲੀਆਂ ਬਦਲ ਗਈਆਂ ਆ, ਇਸ ਕਰਕੇ ਇਹ ਗੱਲਾਂ ਜਿਹੜੀਆਂ ਹੁਣ ਕਰਨੀਆਂ ਸਿਆਸਤ ਸਿਖਾਉਂਦੀ ਆ, ਪਰ ਲੋਕਾਂ ਦੇ ਵਾਸਤੇ ਇਹ ਗੱਲਾਂ ਫਾਇਦੇਮੰਦ ਆ, ਇਹ ਹੋਣੀਆਂ ਚਾਹੀਦੀਆਂ ਸੀਗੀਆਂ। ਇਹ ਜਿਹੜੇ ਲੁਕੋਈਆਂ ਹੋਈਆਂ ਚੀਜ਼ਾਂ ਬਾਹਰ ਆਉਣੀਆਂ ਚਾਹੀਦੀਆਂ ਸੀਗੀਆਂ। ਉਹ ਜਿਹੜੀਆਂ ਚੀਜ਼ਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਿਸ਼ਾਨੀਆਂ ਮਿਟੇ ਦਿੱਤੀਆਂ, ਉਹ ਗੋਲੀਆਂ ਦੇ ਨਿਸ਼ਾਨ, ਉਹ ਤੋਪਾਂ ਟੈਂਕਾਂ ਦੇ ਨਿਸ਼ਾਨ ਜਿਹੜੇ ਕਿ ਸਾਂਭ ਕੇ ਰੱਖਣੇ ਚਾਹੀਦੇ ਸੀਗੇ। ਮੈਂ ਤਾਂ ਇੱਥੋਂ ਤੱਕ ਵੀ ਕਹਿੰਦਾ ਕਿ ਜਿਹੜਾ ਢਾਇਆ ਹੋਇਆ ਅਕਾਲ ਤਖ਼ਤ ਸਾਹਿਬ ਸੀਗਾ ਉਹ ਵੀ ਇਸੇ ਤਰ੍ਹਾਂ ਸ਼ੀਸ਼ੇ ਵਿੱਚ ਮੜ ਕੇ ਆਉਣ ਵਾਲੀਆਂ ਪੀੜ੍ਹੀਆਂ ਦੇ ਰੱਖਣਾ ਚਾਹੀਦਾ ਸੀਗਾ ਕਿ ਸਾਡੇ ਨਾਲ ਆਹ ਕੁਛ ਹੋਇਆ ਸੀਗਾ। ਪਰ ਉਦੋਂ ਸਰਕਾਰੀ ਪ੍ਰਭਾਵ ਹੇਠ ਸਾਰਾ ਕੁਛ ਮਿਟਿਆ ਗਿਆ, ਲੁਕੋਇਆ ਗਿਆ। ਹੁਣ ਇਹ ਗੱਲਾਂ ਸਾਰੀਆਂ ਬਾਹਰ ਲਿਆਂਦੀਆਂ ਜਾ ਰਹੀਆਂ। ਚੰਗੀ ਗੱਲ ਆ, ਸਵਾਗਤਯੋਗ ਆ। ਅਤੇ ਇਸ ਦੇ ਨਾਲ ਹੀ ਉਹਨਾਂ ਨੇ ਅਫਸੋਸ ਵੀ ਪ੍ਰਗਟਾਇਆ ਕਿ ਅਸੀਂ ਜਿਹੜੀਆਂ ਦਰਬਾਰ ਸਾਹਿਬ 'ਤੇ ਹਮਲੇ ਦੀਆਂ ਨਿਸ਼ਾਨੀਆਂ ਸੀਗੀਆਂ ਉਹਨਾਂ ਨੂੰ ਸਾਂਭ ਨਹੀਂ ਸਕੇ। ਸੋ ਇਹ ਅਫਸੋਸ ਜਿਹੜਾ ਆ ਪੂਰੀ ਕੌਮ ਨੂੰ ਵੀ ਹੈਗਾ ਆ ਅਤੇ ਹੋਣਾ ਚਾਹੀਦਾ ਵੀ ਆ। ਬੀਬੀ ਜਗੀਰ ਕੌਰ ਨੇ ਇਸ ਮੌਕੇ ਇਹ ਵੀ ਅਪੀਲ ਕੀਤੀ ਆ ਕਿ ਜਿਹੜੇ ਸਿੱਖ ਨੇ ਇਸ ਦਿਖਾਂਤ ਨੂੰ ਆਪਣੀ ਅਗਲੀ ਪੀੜ੍ਹੀ ਤੱਕ ਲੈ ਕੇ ਜਾਣ। ਸੋ ਇਹ ਗੱਲ ਬੜੀ ਅਹਿਮ ਆ ਕਿ ਉਹ ਚਾਹੁੰਦੇ ਆ, ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚਾਹੁੰਦੀ ਆ ਕਿ ਅਗਲੀ ਪੀੜ੍ਹੀ ਨੂੰ ਵੀ ਜੂਨ 84 ਦੇ ਭਾਰਤੀ ਫੌਜੀ ਹਮਲੇ ਅਤੇ ਇਸ ਦੀ ਕਰੂਰਤਾ ਬਾਰੇ ਜਿਹੜਾ ਆ ਉਹ ਪਤਾ ਹੋਵੇ। ਇਸੇ ਦੇ ਨਾਲ ਆਪਾਂ ਗੱਲ ਕਰਾਂਗੇ ਜੂਨ 84 ਦੇ ਸ਼ਹੀਦਾਂ ਦੀ। ਤੁਹਾਨੂੰ ਪਤਾ ਕਿ 2017 ਦੇ ਵਿੱਚ ਸ਼ਹੀਦਾਂ ਦੀ ਯਾਦਗਾਰ ਜਿਹੜੀ ਆ ਦਰਬਾਰ ਸਾਹਿਬ ਦੀ ਪ੍ਰਕਰਮਾਂ ਦੇ ਵਿੱਚ ਬਣਾਈ ਗਈ ਸੀਗੀ, ਪਰ ਉਸਦੇ ਨਾਲ ਇਹ ਵੀ ਐਲਾਨ ਕੀਤਾ ਗਿਆ ਸੀਗਾ ਕਿ ਇੱਥੇ ਜੂਝ ਕੇ ਸ਼ਹੀਦੀਆਂ ਪ੍ਰਾਪਤ ਕਰਨ ਵਾਲੇ ਸਿੰਘ ਸਿੰਘਣੀਆਂ ਭੁਜੰਗੀਆਂ ਦੀ ਯਾਦ ਦੇ ਵਿੱਚ ਸ਼ਹੀਦੀ ਗੈਲਰੀ ਜਿਹੜੀ ਆ ਸਥਾਪਿਤ ਕੀਤੀ ਜਾਊਗੀ। ਇਸ ਗੈਲਰੀ ਦੇ ਵਿੱਚ ਉਹਨਾਂ ਮਹਾਨ ਸੂਰਮਿਆਂ ਦੀਆਂ ਤਸਵੀਰਾਂ ਜਿਹੜੀਆਂ ਆ ਉਹ ਸੁਸ਼ੋਭਿਤ ਕੀਤੀਆਂ ਜਾਣਗੀਆਂ। 4 ਸਾਲ ਹੋ ਚੁੱਕੇ ਇਸ ਗੱਲ ਨੂੰ ਵੀ, ਹਜੇ ਤੱਕ ਵੀ ਇਸ ਮਾਮਲੇ ਵਿੱਚ ਗੋੜੇ 'ਚੋਂ ਪੂਣੀ ਨਹੀਂ ਕੱਤੀ ਗਈ, ਜਦੋਂ ਕਿ ਇਹ ਪ੍ਰੋਜੈਕਟ 1 ਸਾਲ ਦਾ ਮਿੱਥਿਆ ਗਿਆ ਸੀਗਾ। ਇਸ ਦੇ ਬਾਬਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਮਦਮੀ ਟਕਸਾਲ ਨੇ ਰਲ ਕੇ ਇਹ ਜ਼ਿੰਮੇਵਾਰੀ ਲਈ ਸੀਗੀ ਕਿ 1 ਸਾਲ ਦੇ ਅੰਦਰ ਅੰਦਰ ਜਿਹੜੀ ਇਹ ਸ਼ਹੀਦੀ ਗੈਲਰੀ ਸਥਾਪਿਤ ਕੀਤੀ ਜਾਊਗੀ। ਉਸ ਤੋਂ ਬਾਅਦ ਦਲ ਖਾਲਸਾ ਵੱਲੋਂ 200 ਸਿੰਘਾਂ ਦੀਆਂ ਤਸਵੀਰਾਂ ਤਿਆਰ ਕਰਕੇ ਇੱਕ ਡਾਇਰੈਕਟਰੀ ਜਿਹੜੀ ਜ਼ਰੂਰ ਕੱਢ ਦਿੱਤੀ ਗਈ ਸੀਗੀ, ਪਰ ਇਹ ਜਿਹੜੀ ਸ਼ਹੀਦੀ ਯਾਦਗਾਰ ਸ਼ਹੀਦੀ ਗੈਲਰੀ ਬਣਨੀ ਸੀਗੀ 1 ਸਾਲ ਦੇ ਵਿੱਚ, ਉਹ ਹਾਲੇ ਤੱਕ ਵੀ ਜਿਹੜੀ ਆ ਨਹੀਂ ਬਣ ਸਕੀ। ਸੋ ਬੀਬੀ ਜਗੀਰ ਕੌਰ ਉਹਨਾਂ ਨੂੰ ਚਾਹੀਦਾ ਕਿ ਜੇ ਵਾਕਈ ਸੰਸੀਅਰ ਆ ਇਸ ਮਸਲੇ ਦੇ ਵਿੱਚ ਤਾਂ ਬਿਲਕੁਲ ਜਿਹੜੀਆਂ ਸਾਰੀਆਂ ਯਾਦਾਂ ਨੇ, ਬਹੁਤ ਸਾਰੇ ਲੋਕਾਂ ਨੂੰ ਤਾਂ ਪਤਾ ਹੀ ਨਹੀਂ ਹੈਗਾ ਕਿ ਉਹ ਯਾਦਾਂ ਹਨ ਕੀ ਆ ਜਾਂ ਕਿਹੜੀ ਚੀਜ਼ ਦੇ ਵਿੱਚ ਹਾਲੇ ਵੀ ਸਾਂਭ ਕੇ ਰੱਖੀਆਂ ਹੋਈਆਂ, ਉਹ ਬਾਹਰ ਲਿਆਉਣ ਅਤੇ ਜਿਹੜੇ ਕੀਤੇ ਹੋਏ ਵਾਅਦੇ ਨੇ
ਕਿ ਇਹ ਸ਼ਹੀਦੀ ਗੈਲਰੀ ਸਥਾਪਿਤ ਕਰਨੀ ਹੈ ਤਾਂ ਕਿ ਆਉਣ ਜਾਣ ਵਾਲੇ ਜਿਹੜੇ ਉੱਥੇ ਲੋਕ ਨੇ ਉਹ ਦੇਖ ਸਕਣ, ਉਹਨਾਂ ਸੂਰਮਿਆਂ ਦੇ ਉੱਤੇ ਅਸ਼ਕ ਕਰ ਸਕਣ। ਤਾਂ ਇਹ ਸ਼ਹੀਦੀ ਗੈਲਰੀ ਜਲਦੀ ਤੋਂ ਜਲਦੀ ਸਥਾਪਿਤ ਹੋਣੀ ਚਾਹੀਦੀ ਆ। ਅਖੀਰ ਵਿੱਚ ਆਪਾਂ ਗੱਲ ਕਰਾਂਗੇ ਜਨਰਲ ਸੁਬੇਗ ਸਿੰਘ ਹੁਣਾਂ ਦੀ। ਬੀਤੇ 2 ਦਿਨਾਂ ਦੇ ਵਿੱਚ ਆਪਾਂ ਜੂਨ 84 ਦੇ ਬਾਰੇ ਗੱਲਬਾਤ ਕੀਤੀ ਆ, ਫੌਜ ਦੀ ਵਿਉਂਤਬੰਦੀ ਬਾਰੇ ਗੱਲ ਕੀਤੀ ਹੈ, ਸੰਤ ਜਰਨੈਲ ਸਿੰਘ ਹੁਣਾਂ ਬਾਰੇ ਗੱਲ ਕੀਤੀ ਆ। ਜੇ ਇਸ ਸਾਕੇ ਬਾਰੇ ਆਪਾਂ ਗੱਲ ਕਰਦੇ ਹਾਂ ਜਾਂ ਇਸ ਸਾਕੇ ਦੇ ਉੱਤੇ ਇਹ ਗੱਲ ਕਰਦਿਆਂ ਮਾਣ ਮਹਿਸੂਸ ਕਰਦੇ ਹਾਂ ਕਿ ਇੱਕ ਵਾਰੀ ਸਿੰਘਾਂ ਨੇ ਚਮਕੌਰ ਦੀ ਗੜੀ ਵਾਲੇ ਜਿਹੜੇ ਆ ਇਤਿਹਾਸ ਨੂੰ ਪੁਨਰ ਸੁਰਜੀਤ ਕੀਤਾ, ਤਾਂ ਉਸ ਦੇ ਵਾਸਤੇ ਸੰਤ ਜਰਨੈਲ ਸਿੰਘ ਤੋਂ ਬਾਅਦ ਜੇ ਕੋਈ ਵੱਡਾ ਨਾਂ ਆਉਂਦਾ ਤਾਂ ਉਹ ਸ਼ਹੀਦ ਜਨਰਲ ਸੁਬੇਗ ਸਿੰਘ ਹੁਣਾਂ ਦਾ ਆਉਂਦਾ, ਜਿਨ੍ਹਾਂ ਦੀ ਮੋਰਚਾਬੰਦੀ ਨੇ ਇਸ ਹਿਸਾਬ ਦੇ ਹਾਲਾਤ ਬਣਾ ਦਿੱਤੇ ਸੀਗੇ ਕਿ ਭਾਰਤੀ ਫੌਜ ਦੇ ਵੱਡੇ ਵੱਡੇ ਜਰਨੈਲ ਜਿਹੜੇ ਕਿ ਕਹਿੰਦੇ ਸੀ ਕਿ ਅਸੀਂ 2 ਘੰਟਿਆਂ ਦੇ ਵਿੱਚ ਸਾਰਾ ਕੁਝ ਮਸਲਾ ਹੱਲ ਕਰ ਲੈਣਾ ਆ, ਉਹਨਾਂ ਨੂੰ ਸਮਝ ਨਹੀਂ ਸੀ ਆ ਰਿਹਾ ਵੀ ਹੋ ਕੀ ਰਿਹਾ ਆ। ਫੌਜ ਦੀ ਰੈਜੀਮੈਂਟ ਅੰਦਰ ਵੜਦੀ ਸੀਗੀ, ਅਜਿਹੀਆਂ ਗੋਲੀਆਂ ਪਤਾ ਨਹੀਂ ਕਿੱਥੋਂ ਕਿੱਥੋਂ ਆਉਂਦੀਆਂ ਸੀਗੀਆਂ ਕਿ ਥਾਂ ਹੀ ਢੇਰ ਲੱਗ ਜਾਂਦੇ ਸੀਗੇ। ਉਹ ਕਮਾਂਡੋ ਜਿਹੜੇ ਕਿ ਬੜੇ ਸਿੱਖਿਅਤ ਸੀਗੇ ਮਿੰਟਾਂ ਸਕਿੰਟਾਂ ਦੇ ਵਿੱਚ ਹੀ ਮਾਰੇ ਜਾਂਦੇ ਸੀਗੇ। ਉਹ ਜਿਹੜੀ ਸਾਰੀ ਮੋਰਚਾਬੰਦੀ ਦਾ ਸਿਹਰਾ ਜਿਹੜਾ ਆ ਸ਼ਹੀਦ ਜਨਰਲ ਸੁਬੇਗ ਸਿੰਘ ਹੁਣਾਂ ਨੂੰ ਜਾਂਦਾ। ਬਹੁਤ ਸਾਰੇ ਲੋਕ ਜਿਹੜੇ ਅਜਿਹੇ ਨੇ ਜਿਨ੍ਹਾਂ ਨੂੰ ਸ਼ਹੀਦ ਜਨਰਲ ਸੁਬੇਗ ਸਿੰਘ ਦੇ ਪਿਛੋਕੜ ਬਾਰੇ ਵੀ ਨਹੀਂ ਪਤਾ। ਉਹਨਾਂ ਦਾ ਪਿੰਡ ਖਿਆਲਾ ਮਾਝੇ ਦੇ ਵਿੱਚ ਚਗਾਵਾਂ ਰੋਡ ਤੋਂ 9 ਮੀਲ ਦੀ ਦੂਰੀ 'ਤੇ ਸਥਿਤ ਹੈਗਾ ਆ। 3 ਭਰਾ ਉਹਨਾਂ ਦੇ 2 ਭੈਣਾਂ। ਅਤੇ ਜਿਹੜੀ ਸਭ ਤੋਂ ਵੱਡੀ ਗੱਲ ਕਿ ਇਸ ਪਰਿਵਾਰ ਦਾ ਪਿਛੋਕੜ ਜਿਹੜਾ ਉਹ ਜਾ ਕੇ ਸ਼ਹੀਦ ਭਾਈ ਮਹਿਤਾਬ ਸਿੰਘ ਮੀਰਾਂਕੋਟ ਨਾਲ ਜੁੜਦਾ। ਉਹ ਸ਼ਹੀਦ ਭਾਈ ਮਹਿਤਾਬ ਸਿੰਘ ਮੀਰਾਂਕੋਟ ਜਿਨ੍ਹਾਂ ਨੇ ਸ਼ਹੀਦ ਭਾਈ ਸੁੱਖਾ ਸਿੰਘ ਦੇ ਨਾਲ ਮਿਲ ਕੇ 1740 ਈਸਵੀ ਦੇ ਲਾਗੇ ਮੱਸੇ ਰੰਘੜ ਦਾ ਸਿਰ ਜਿਹੜਾ ਆ ਉਹ ਵੱਢਿਆ ਸੀਗਾ। ਸੋ ਉਸ ਖਾਨਦਾਨ ਦੇ ਵਿੱਚੋਂ ਇਹ ਸ਼ਹੀਦ ਸਾਹਿਬ ਸੀਗੇ। ਸੋ ਨਵੰਬਰ 1971 ਦੇ ਵਿੱਚ ਫੌਜ ਦੇ ਉੱਚ ਅਹੁਦੇ 'ਤੇ ਤੈਨਾਤ ਹੁੰਦੇ ਆ ਜਦੋਂ ਬੰਗਲਾਦੇਸ਼ ਦੇ ਵਿੱਚ ਮੁਕਤੀ ਵਾਹਿਨੀ ਭੇਜੀ ਗਈ ਆ। ਉਦੋਂ ਪਾਕਿਸਤਾਨੀ ਸੀਗਾ ਉਹ, ਤਾਂ ਉੱਥੇ ਬਿਨਾਂ ਕਿਸੇ ਵਿਰੋਧ ਤੋਂ ਆਪਣੀ ਪਾਵਰ ਦੇ ਨਾਲ ਆਪਣੇ ਦਿਮਾਗ ਦੇ ਨਾਲ ਲੱਖਾਂ ਪਾਕਿਸਤਾਨੀ ਫੌਜੀਆਂ ਨੂੰ ਹਥਿਆਰ ਸੁੱਟਣ ਲਈ ਮਜਬੂਰ ਕਰਨ ਵਾਲੇ ਇਹ ਜਨਰਲ ਜਿਹੜੇ ਆ ਉਹਨਾਂ ਦੀ ਕਹਿ ਲਓ ਮਿਹਨਤ ਸਦਕਾ ਜਿਹੜਾ ਬੰਗਲਾਦੇਸ਼ ਹੋਂਦ ਵਿੱਚ ਆਇਆ ਸੀਗਾ। ਇਸ ਦਾ ਸਿਹਰਾ ਜਿਹੜਾ ਆ ਉਹ ਜਨਰਲ ਸੁਬੇਗ ਸਿੰਘ ਬੰਨ੍ਹਿਆ ਜਾਂਦਾ। ਪਰ ਕਿਉਂਕਿ ਉਦੋਂ ਵਿਤਕਰੇ ਦੀ ਗੱਲ ਜਿਹੜੀ ਬੜੀ ਜਾਰੀ ਸੀਗੀ, ਵਿਤਕਰਾ ਬਹੁਤ ਕੀਤਾ ਜਾਂਦਾ ਸੀਗਾ ਕਿ ਕਿਤੇ ਜਨਰਲ ਸੁਬੇਗ ਸਿੰਘ ਹੁਣੀ ਲੈਫਟੀਨੈਂਟ ਜਾਂ ਵੱਡੇ ਹੋਰ ਜਨਰਲ ਨਾ ਬਣ ਜਾਣ। ਇਹਨੂੰ ਰੋਕਣ ਦੇ ਵਾਸਤੇ ਉਹਨਾਂ ਦੇ ਉੱਤੇ ਬੜੇ ਹੀ ਭੱਦੇ ਅਤੇ ਛੋਟੇ ਛੋਟੇ ਜਿਹੜੇ ਆ ਦੋਸ਼ ਲਾਏ ਗਏ। ਇੱਕ ਦੋਸ਼ ਇਹ ਲਾਇਆ ਗਿਆ ਕਿ ਉਹਨਾਂ ਨੇ ਇੱਕ ਜੱਬਲਪੁਰ ਦੇ ਵਿੱਚ ਸੇਵਾਦਾਰ 2500 ਰੁਪਏ ਦੀ ਇੱਕ ਸ਼ੀਲਡ ਜਿਹੜੀ ਆ ਉਹ ਤੋਹਫੇ ਵਜੋਂ ਲੈ ਲਈ, ਜਦੋਂ ਕਿ ਮਿਲਟਰੀ ਦੇ ਵਿੱਚ ਅਜਿਹੇ ਸਨਮਾਨ ਲੈਣੇ ਬੜੇ ਆਮ ਗੱਲ ਸੀ। ਇਸ ਦੇ ਨਾਲ ਹੀ ਇੱਕ ਉਹਨਾਂ ਦੇ ਉੱਤੇ ਦੋਸ਼ ਇਹ ਲਾਇਆ ਗਿਆ ਕਿ ਕੰਟੀਨ ਦੇ ਵਿੱਚ ਉਹਨਾਂ ਨੇ ਰਿਆਇਤ ਵਾਲੀਆਂ ਚੀਜ਼ਾਂ ਜਿਹੜੀਆਂ ਉਹ ਜ਼ਿਆਦਾ ਖਰੀਦ ਲਈਆਂ। ਸੋ ਇਹੋ ਜਿਹੇ ਨਿਗੁਣੇ ਦੋਸ਼ ਲਾ ਕੇ ਐਡੇ ਵੱਡੇ ਜਰਨੈਲ ਨੂੰ ਜ਼ਲੀਲ ਕੀਤਾ ਗਿਆ, ਬੇਇੱਜ਼ਤ ਕੀਤਾ ਗਿਆ, ਉਹਨਾਂ ਨੂੰ ਫੌਜ ਅੱਗੇ ਪੇਸ਼ ਹੋਣਾ ਪਿਆ, ਗ੍ਰਿਫਤਾਰੀ ਵੀ ਹੋਈ। ਉਸ ਤੋਂ ਬਾਅਦ ਦੇ ਵਿੱਚ ਉਹ ਫੌਜ ਤੋਂ ਰਿਟਾਇਰ ਹੋ ਕੇ ਇੱਕ ਤਰ੍ਹਾਂ ਦੇ ਨਾਲ ਅਕਾਲੀ ਸਿਆਸਤ ਦੇ ਵਿੱਚ ਆ ਜੋੜੇ, ਧਰਮ ਯੁੱਧ ਮੋਰਚੇ ਸ਼ਮੂਲੀਅਤ ਕੀਤੀ, ਇੱਥੇ ਵੀ ਗ੍ਰਿਫਤਾਰੀਆਂ ਦਿੱਤੀਆਂ ਅਤੇ ਹੌਲੀ ਹੌਲੀ ਉਹਨਾਂ ਦੀ ਨੇੜਤਾ 1982 ਦੇ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂ ਨਾਲ ਹੋਈ। ਉਸ ਤੋਂ ਬਾਅਦ ਦੋਹਾਂ ਦਾ ਜਿਹੜਾ ਇੱਕ ਨਿਸ਼ਾਨਾ ਇੱਕ ਸਿਰ ਹੋ ਗਿਆ, ਇੱਕ ਸੁਰ ਹੋ ਗਏ ਉਹ। ਅਤੇ ਉਹਨਾਂ ਨੇ ਸੰਤ ਜਰਨੈਲ ਸਿੰਘ ਭਿੰਡਰਾਂ ਦੀ ਹਦਾਇਤਾਂ ਦੇ ਉੱਤੇ ਹੋਰ ਫੌਜੀ ਹੋਰ ਬੁੱਧੀਜੀਵੀ ਜਿਹੜੇ ਇਕੱਠੇ ਕਰਕੇ ਇੱਕ ਬਹੁਤ ਵੱਡੀ ਕਾਨਫਰੰਸ ਜਿਹੜੀ ਆ ਉਹ ਵੀ 1983 ਦੇ ਵਿੱਚ ਕਰਾਈ, ਜਿਹਦੇ ਵਿੱਚ ਕਿ ਪੂਰੀ ਸਿੱਖ ਕੌਮ ਇੱਕ ਤਰ੍ਹਾਂ ਨਾਲ ਲਾਮਬੰਦ ਜਿਹੜੀ ਆ ਉਹ ਕੀਤੀ ਗਈ। ਅਤੇ ਉਸ ਤੋਂ ਬਾਅਦ ਜਦੋਂ ਫਿਰ ਹਮਲੇ ਦੀ ਗੱਲ ਹੁੰਦੀ ਹੈ ਤਾਂ ਸ਼ਹੀਦ ਜਨਰਲ ਸੁਬੇਗ ਸਿੰਘ ਉਹਨਾਂ ਨੂੰ ਸਪੈਸ਼ਲ ਸੱਦਾ ਦੇ ਕੇ ਦੇਹਰਾਦੂਨ ਤੋਂ ਬੁਲਾਇਆ ਜਾਂਦਾ ਮਾਰਚ ਮਹੀਨੇ 1984 ਦੇ ਵਿੱਚ, ਜਦੋਂ ਕਿ ਉਹ ਇੱਕ ਬਿਮਾਰੀ ਤੋਂ ਸਿਹਤਯਾਬ ਹੋ ਰਹੇ ਸੀਗੇ। ਪਰ ਆਪਣੀ ਸਿਹਤ ਦੀ ਪਰਵਾਹ ਨਾ ਕਰਦਿਆਂ ਉੱਥੇ ਪੁੱਜੇ ਆ। ਉੱਥੇ ਆ ਕੇ 150 ਦੇ ਕਰੀਬ ਸਿੰਘਾਂ ਦੇ ਨਾਲ ਰਲ ਕੇ ਉਹਨਾਂ ਨੇ ਮੋਰਚਾਬੰਦੀ ਕੀਤੀ ਆ। ਅਤੇ ਉਸ ਮੋਰਚਾਬੰਦੀ ਬਾਰੇ ਜਿੰਨੀ ਆਪਾਂ ਗੱਲ ਕਰ ਲਈਏ ਥੋੜ੍ਹੀ ਆ। ਅਸੀਂ ਫਿਲਮਾਂ ਦੇਖ ਰਹੇ ਹਾਂ ਹਾਲੀਵੁੱਡ ਦੀਆਂ 300 ਜਿਹੜੀ ਕਿ ਸਪਾਰਟਨ ਗ੍ਰੀਕ ਦੇ ਉੱਤੇ ਬਣੀ ਹੋਈ ਆ, ਜਾਂ ਗਲੈਡੀਏਟਰ ਜਿਹੜੀ ਕਿ ਰੋਮਨ ਜੁਝਾਰੂਆਂ 'ਤੇ ਬਣੀ ਹੋਈ ਆ। ਕੋਈ ਸਮਾਂ ਆਊਗਾ ਜੋ ਸਾਡੇ ਇਹਨਾਂ 150 ਜੁਝਾਰੂਆਂ ਦੇ ਉੱਤੇ ਵੀ ਫਿਲਮ ਬਣੂਗੀ, ਜਾਂ ਲੋਕ ਇਹ ਦੇਖ ਸਕਣਗੇ ਕਿ ਕਿਸ ਸੂਰਮ ਗਤੀ ਦੇ ਨਾਲ ਉਹਨਾਂ ਨੇ ਦੁਨੀਆ ਦੀ ਚੌਥੀ ਵੱਡੀ ਫੌਜ ਦੇ ਜਿਹੜੇ ਛੱਕੇ ਛਡਾਏ। ਉਹ ਵੱਡੇ ਵੱਡੇ ਜਰਨੈਲ ਜਿਹੜੇ ਕਿ ਦਮ ਗਜੇ ਮਾਰਦੇ ਸੀਗੇ ਉਹਨਾਂ ਨੂੰ ਸੋਚਣ ਲਈ ਮਜਬੂਰ ਜਿਹੜਾ ਕਰ ਦਿੱਤਾ। ਇਹ ਗੱਲ ਆ ਕਿ 2 ਪਰੰਪਰਾਵਾਂ ਦਾ ਇੱਥੇ ਸੁਮੇਲ ਸੀਗਾ। ਅੱਜ ਦਮਦਮੀ ਟਕਸਾਲ ਕੀ ਹੈ, ਅੱਜ ਦਮਦਮੀ ਟਕਸਾਲ ਦਾ ਮੁਖੀ ਕੀ ਕਰਦਾ, ਇਹ ਗੱਲਾਂ ਛੱਡਣ ਕੇ ਜੇ ਆਪਾਂ ਉਦੋਂ ਦੇਖੀਏ ਕਿ ਇੱਕ ਪਾਸੇ ਬਾਬਾ ਦੀਪ ਸਿੰਘ ਦਾ ਵਾਰਸ ਦਮਦਮੀ ਟਕਸਾਲ ਦਾ ਮੁਖੀ ਸ਼ਹੀਦ ਸੰਤ ਜਰਨੈਲ ਸਿੰਘ, ਅਤੇ ਦੂਜੇ ਪਾਸੇ ਭਾਈ ਮਹਿਤਾਬ ਸਿੰਘ ਮੀਰਾਂਕੋਟ ਦਾ ਜਿਹੜਾ ਇੱਕ ਵਾਰਸ ਸ਼ਹੀਦ ਜਨਰਲ ਸੁਬੇਗ ਸਿੰਘ, 2 ਪਰੰਪਰਾਵਾਂ ਦਾ ਸੁਮੇਲ। ਅਤੇ ਉਹਨੇ ਰਲ ਕੇ ਕਿਸ ਤਰ੍ਹਾਂ ਭਾਰਤੀ ਫੌਜ ਦੇ ਛੱਕੇ ਛਡਾਏ ਆ, ਇੱਕ ਆਪਣੇ ਆਪ ਦੇ ਵਿੱਚ ਇੱਕ ਵੱਡਾ ਇਤਿਹਾਸ ਆ। ਫੌਜੀ ਜਰਨੈਲ ਕੁਲਦੀਪ ਬਰਾੜ ਵੱਲੋਂ ਮਾਰੀਆਂ ਗਈਆਂ ਬੜਕਾਂ ਜਿਹੜੀਆਂ ਕਿ ਉਸਨੇ ਇੱਕ ਮੀਟਿੰਗ ਦੇ ਵਿੱਚ ਮਾਰੀਆਂ ਸੀਗੀਆਂ, ਕਿਹਾ ਸੀਗਾ ਕਿ ਮੈਨੂੰ 2 ਘੰਟੇ ਚਾਹੀਦੇ ਆ, 2 ਘੰਟਿਆਂ ਦੇ ਵਿੱਚ ਮੈਂ ਗੋਡੇ ਟਿਕਾ ਦਊਂਗਾ। ਤਾਂ ਕਹਿੰਦਾ ਸੀਗਾ ਜਦੋਂ ਟੈਂਕ ਗੜਗੜਾਉਂਦੇ ਆ, ਜਦੋਂ ਹਵਾਈ ਜਹਾਜ਼ ਛੂਕਦੇ ਆ, ਜ਼ਮੀਨ ਅੱਗ ਵਰਸਾਉਣ ਲੱਗਦੀ ਆ, ਤਾਂ ਵੱਡੇ ਵੱਡੇ ਜਰਨੈਲਾਂ ਦੀਆਂ
ਪਤਲੂਨਾਂ ਗਿੱਲੀਆਂ ਹੋ ਜਾਂਦੀਆਂ। ਇਸ਼ਾਰਾ ਸੰਤ ਜਰਨੈਲ ਸਿੰਘ ਵੱਲ ਸੀਗਾ ਤੇ ਕਹਿੰਦਾ ਸੀਗਾ ਕਿ ਸੰਤ ਜਰਨੈਲ ਸਿੰਘ ਵੀ 2 ਘੰਟਿਆਂ ਦੇ ਵਿੱਚ ਆਤਮ ਸਮਰਪਣ ਜਿਹੜਾ ਕਰ ਦਊਗਾ। ਤੇ ਸ਼ਾਇਦ ਇਸ ਸਾਕੇ ਦੀ ਸਭ ਤੋਂ ਵੱਡੀ ਗੱਲ ਵੀ ਇਹੀ ਆ ਕਿ ਅਖੀਰਲੀ ਗੋਲੀ ਮੁੱਕਣ ਤੱਕ, ਅਖੀਰਲਾ ਮੋਰਚਾ ਢਹਿਣ ਤੱਕ, ਅਖੀਰਲੀ ਜਾਨ ਨਿਕਲਣ ਤੱਕ ਕਿਸੇ ਇੱਕ ਵੀ ਸਿੰਘ ਨੇ ਆਤਮ ਸਮਰਪਣ ਨਹੀਂ ਕੀਤਾ। ਅੰਤ ਤੱਕ ਜਿਹੜੇ ਆ ਉਹ ਜੂਝਦੇ ਸ਼ਹੀਦੀਆਂ ਪਾਈਆਂ ਉਹਨਾਂ ਨੇ। ਸੋ ਜਨਰਲ ਬਰਾੜ ਦੇ ਹੱਦੋਂ ਵੱਧ ਭਰੋਸੇ ਨੂੰ ਜਨਰਲ ਸਵੇਗ ਸਿੰਘ ਹੁਣਾਂ ਨੇ ਤਾਰ-ਤਾਰ ਕਰਕੇ ਰੱਖ ਦਿੱਤਾ। ਤੇ 5 ਜੂਨ ਦੀ ਰਾਤ ਨੂੰ ਤਕਰੀਬਨ 10-11 ਵਜੇ ਦੇ ਕਰੀਬ ਜਨਰਲ ਸਵੇਗ ਸਿੰਘ ਉਹਨਾਂ ਦੇ ਗੋਲੀ ਵੱਜਦੀ ਆ। ਉਸ ਤੋਂ ਬਾਅਦ ਉਹ ਗੋਲੀ ਜਿਹੜੀ ਕਸੂਤੇ ਥਾਂ ਵੱਜਦੀ ਆ, ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਮੇਰਾ ਅੰਤਲਾ ਸਮਾਂ ਹੁਣ ਲਾਗੇ ਆ ਗਿਆ। ਉਹਨਾਂ ਦੀ ਬੇਨਤੀ ਦੇ ਉੱਤੇ ਸੰਤ ਜਰਨੈਲ ਸਿੰਘ ਉਹਨਾਂ ਦੇ ਕੋਲ ਲਿਜਾਇਆ ਜਾਂਦਾ। ਉੱਥੇ ਫਿਰ ਉਹਨਾਂ ਦੀ ਗੋਦ ਦੇ ਵਿੱਚ ਹੀ ਉਹ ਅੰਤਮ ਸਵਾਸ ਲੈਂਦੇ ਆ। ਸੋ ਜਿੰਨੀ ਦੇਰ ਸਿੱਖ ਰਹਿਣਗੇ, ਜਿੰਨੀ ਦੇਰ ਸਿੱਖ ਇਤਿਹਾਸ ਦੀ ਗੱਲ ਹੋਊਗੀ, ਪਹਿਲੇ ਘੱਲੂਘਾਰੇ ਦੀ, ਦੂਜੇ ਘੱਲੂਘਾਰੇ ਦੀ, ਤੀਜੇ ਘੱਲੂਘਾਰੇ ਦੀ ਗੱਲ ਹੋਊਗੀ, ਤਾਂ ਸ਼ਹੀਦ ਸੰਤ ਜਰਨੈਲ ਸਿੰਘ ਦੇ ਨਾਲ ਨਾਲ ਸ਼ਹੀਦ ਜਨਰਲ ਸਵੇਗ ਸਿੰਘ ਦੀ ਗੱਲ ਵੀ ਜਿਹੜੀ ਆ ਹੁੰਦੀ ਰਹੂਗੀ। ਇੱਥੇ ਇਹ ਗੱਲਬਾਤ ਖਬਰਾਂ ਤਬਸਰਾ ਖਤਮ ਕਰਨ ਦੀ ਇਜਾਜ਼ਤ ਬਖਸ਼ੋ। ਕੱਲ੍ਹ ਨੂੰ ਹੋਰ ਗੱਲਬਾਤ, ਹੋਰ ਜਾਣਕਾਰੀ ਲੈ ਕੇ ਤੁਹਾਡੀ ਸੇਵਾ 'ਚ ਮੁੜ ਹਾਜ਼ਰ ਹੋਵਾਂਗੇ। ਤਦ ਤੱਕ ਲਈ ਆਪ ਸਭ ਨੂੰ ਪਿਆਰ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।